ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਓ ਆਪਾਂ ਅੱਜ ਦੇਖਦੇ ਹਾਂ ਨਾਨਕ ਸ਼ਾਹੀ ਕੈਲੰਡਰ ਤੇ ਬਿਕਰਮੀ ਕੈਲੰਡਰ ਕੀ ਹੈ, ਸਿੱਖ ਜਗਤ ਕਿਹੜਾ ਫੋਲੋ ਕਰ ਰਿਹਾ ਹੈ, ਕਿਹੜਾ ਫੋਲੋ ਕਰਨ 'ਚ ਫਾਇਦਾ ਹੈ। ਆਓ ਆਪਾਂ ਥੋੜ੍ਹਾ ਜਿਹਾ ਅੱਜ ਉਹ ਦੇਖ ਲਈਏ। ਹਾਂਜੀ, ਪਹਿਲੀ ਚੀਜ਼ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਵਰਲਡ ਦੇ ਸਭ ਤੋਂ ਕਾਮਨਲੀ ਕੈਲੰਡਰ ਕਿਹੜੇ ਨੇ। ਇਹਦੇ ਵਿੱਚ ਨਾਮ ਆਏਗਾ ਜੂਲੀਅਨ ਕੈਲੰਡਰ ਤੇ ਗ੍ਰੈਗੋਰੀਅਨ ਕੈਲੰਡਰ ਦਾ। ਹੁਣ ਜਿਹੜਾ ਜੂਲੀਅਨ ਕੈਲੰਡਰ ਹੈ ਇਹ ਜੂਲੀਅਸ ਸੀਜ਼ਰ ਨੇ 46 BC 'ਚ ਬਣਵਾਇਆ ਸੀਗਾ। ਇਸ ਤੋਂ ਪਹਿਲਾਂ ਇਹ ਜਿਹੜਾ ਕੈਲੰਡਰ ਹੈ ਜੂਲੀਅਨ ਕੈਲੰਡਰ, ਇਹ ਇੱਕ ਸੋਲਰ ਕੈਲੰਡਰ ਹੈਗਾ। ਇਸ ਤੋਂ ਪਹਿਲਾਂ ਰੋਮ ਦੇ ਅੰਦਰ, ਕਿਉਂਕਿ ਰੋਮ ਦਾ ਰਾਜਾ ਸੀ ਉਹ, ਰੋਮ ਦੇ ਅੰਦਰ ਪਹਿਲਾਂ ਲੂਨਰ ਕੈਲੰਡਰ ਚੱਲਦਾ ਹੁੰਦਾ ਸੀਗਾ। ਹੁਣ ਆਪਾਂ ਵਿਸਤਾਰ ਨਾਲ ਅਗਲੀਆਂ ਸਲਾਈਡਾਂ 'ਚ ਗੱਲ ਕਰਾਂਗੇ ਸੋਲਰ ਕੈਲੰਡਰ ਕੀ ਹੈ, ਲੂਨਰ ਕੈਲੰਡਰ ਕੀ ਹੈ। ਹਲਕਾ ਜਿਹਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਬਰੀਫ 'ਚ ਦੱਸ ਦਿੰਦਾ। ਜਿਹੜਾ ਸੋਲਰ ਕੈਲੰਡਰ ਹੈ, ਜਿਵੇਂ ਆਪਾਂ ਅੱਜ ਕੈਲੰਡਰ ਦੇਖਦੇ ਹਾਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਇੱਦਾਂ ਦਸੰਬਰ ਤੱਕ 365 ਦਿਨ ਹੁੰਦੇ ਨੇ ਤੇ 4 ਸਾਲਾਂ ਬਾਅਦ ਇੱਕ ਲੀਪ ਈਅਰ ਦਾ ਦਿਨ ਆ ਜਾਂਦਾ ਜਿਹੜਾ 29 ਫਰਵਰੀ ਨੂੰ ਆ ਜਾਂਦਾ। ਉਹ ਜਿਹੜਾ ਕੈਲੰਡਰ ਹੈ ਉਹ ਜੂਲੀਅਸ ਸੀਜ਼ਰ ਨੇ 46 ਬਿਫੋਰ ਕ੍ਰਾਈਸਟ 'ਚ ਚਾਲੂ ਕਰਵਾਇਆ ਸੀਗਾ। ਤੇ ਜਿਹੜਾ ਗ੍ਰੈਗੋਰੀਅਨ ਕੈਲੰਡਰ ਹੈਗਾ ਆ, ਇਹ ਪੋਪ ਗ੍ਰੈਗਰੀ 13 ਨੇ ਅਕਤੂਬਰ 1582 'ਚ ਚਾਲੂ ਕਰਵਾਇਆ ਸੀਗਾ। ਇਹਨੇ ਕੀ ਦੇਖਿਆ ਸੀਗਾ ਕਿ ਕੁਝ ਜਿਹੜੀਆਂ ਡੇਟਸ ਹੈਗੀਆਂ ਜੂਲੀਅਨ ਕੈਲੰਡਰ ਦੀਆਂ ਉਹ ਅੱਗੇ ਸ਼ਿਫਟ ਹੋ ਚੁੱਕੀਆਂ, ਜਿਨ੍ਹਾਂ ਕਰਕੇ ਈਸਟਰ ਦੀਆਂ ਡੇਟਸ ਚੇਂਜ ਹੋ ਚੁੱਕੀਆਂ। ਇਸ ਕਰਕੇ ਕੁਝ ਨਹੀਂ, ਜਿਹੜਾ ਗ੍ਰੈਗੋਰੀਅਨ ਕੈਲੰਡਰ ਹੈ ਉਹ ਜੂਲੀਅਨ ਕੈਲੰਡਰ ਦੀ ਸੋਧ ਹੈ, ਉਹਦੀ ਕਰੈਕਸ਼ਨ ਹੈ, ਉਹਦੀ ਅਮੈਂਡਮੈਂਟ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਦੋਨੋਂ ਜਿਹੜੇ ਕੈਲੰਡਰ ਨੇ ਇਹ ਸੋਲਰ ਕੈਲੰਡਰ ਨੇ। ਕਹਿਣ ਦਾ ਮਤਲਬ ਹੈ ਕਿ ਮੂਨ ਦੇ ਲੂਨਰ ਦੇ ਹਿਸਾਬ ਨਾਲ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਸਾਫ਼ ਸਿੱਧੀ ਕੈਲਕੂਲੇਸ਼ਨ ਹੈਗੀ ਆ ਕਿ 365 ਦਿਨ ਤੇ 4 ਸਾਲਾਂ ਬਾਅਦ ਇੱਕ ਲੀਪ ਈਅਰ ਦਾ ਦਿਨ 29 ਫਰਵਰੀ ਨੂੰ ਐਡ ਹੋ ਜਾਂਦਾ ਹੈ। ਹੁਣ ਆਓ ਆਪਾਂ ਸਮਝੀਏ ਕਿ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ ਪੋਪ ਗ੍ਰੈਗਰੀ ਨੇ 1582 'ਚ ਕੀ ਚੇਂਜ ਕਰਵਾਇਆ, ਕਿਉਂ ਲੋੜ ਪਈ ਚੇਂਜ ਕਰਨ ਦੀ। ਹਾਂਜੀ, ਜਿਵੇਂ ਕਿ ਤੁਸੀਂ ਸਕਰੀਨ ਦੇਖ ਪਾ ਰਹੇ ਹੋਵੋਗੇ, 3 ਚੀਜ਼ਾਂ ਦੀ ਗੱਲ ਕਰਦੇ ਹਾਂ ਆਪਾਂ। ਪਹਿਲੀ ਚੀਜ਼ ਹੈਗਾ ਆ ਕਾਮਨ ਈਅਰ। ਕਾਮਨ ਈਅਰ 365 ਦਿਨਾਂ ਦਾ ਹੁੰਦਾ ਹੈ ਤੇ ਲੀਪ ਈਅਰ 4 ਸਾਲਾਂ ਬਾਅਦ ਆਉਂਦਾ ਹੈ 366 ਦਿਨਾਂ ਦਾ, ਜਿਹਦੇ ਵਿੱਚ 29 ਫਰਵਰੀ ਐਡ ਹੋ ਜਾਂਦੀ ਹੈ। ਕੋਈ ਵੀ ਈਅਰ ਜੇ 4 ਨਾਲ ਡਿਵਾਈਡ ਹੁੰਦਾ ਆ ਤਾਂ ਉਹ ਲੀਪ ਈਅਰ ਹੁੰਦਾ, ਜਿਵੇਂ 2000 ਸੀਗਾ, 2004 ਸੀਗਾ, 2008 ਸੀਗਾ। ਹੁਣ ਇੱਕ ਹੋਰ ਸਾਲ ਹੈ ਟ੍ਰੋਪੀਕਲ ਈਅਰ, ਜਿਹਨੂੰ ਆਪਾਂ ਮੌਸਮੀ ਸਾਲ ਕਹਿੰਦੇ ਹਾਂ। ਹੁਣ ਜਿਹੜਾ ਟ੍ਰੋਪੀਕਲ ਈਅਰ ਹੈ ਇਹ ਐਕਚੁਅਲ ਲੰਬਾਈ ਹੈ, ਕਿਉਂਕਿ ਸਾਲ ਕੀ ਹੁੰਦਾ ਆ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਹੁਣ ਧਰਤੀ ਸੂਰਜ ਦੇ ਦੁਆਲੇ ਜੇ ਘੁੰਮਦੀ ਹੈ ਤੇ ਕੀ ਉਹ 365 ਦਿਨ ਤੇ 6 ਘੰਟੇ ਪੂਰੇ ਲਾਉਂਦੀ ਹੈ ਜਾਂ ਥੋੜ੍ਹਾ ਜਿਹਾ ਫਰਕ ਹੈ। ਜਦੋਂ ਪੂਰੀ ਕੈਲਕੂਲੇਸ਼ਨ ਕੀਤੀ ਸਾਇੰਟਿਸਟਸ ਨੇ ਤਾਂ ਉਹਨਾਂ ਨੂੰ ਪਤਾ ਲੱਗਾ ਨਹੀਂ, ਕੁਝ ਫਰਕ ਹੈ। ਅਸਲ ਜਿਹੜਾ ਟਾਈਮ ਲੱਗਦਾ ਹੈ ਉਹ ਹੈ 365 ਦਿਨ 5 ਘੰਟੇ 48 ਮਿੰਟ ਤੇ 45 ਸੈਕਿੰਡ। ਇਹਨੂੰ ਆਪਾਂ ਟ੍ਰੋਪੀਕਲ ਈਅਰ ਕਹਿੰਦੇ ਹਾਂ ਜਾਂ ਮੌਸਮੀ ਸਾਲ ਕਹਿੰਦੇ ਹਾਂ। ਮੌਸਮ ਇਸ ਹਿਸਾਬ ਨਾਲ ਬਦਲਦੇ ਨੇ, ਕਿਉਂਕਿ ਅਸਲੀ ਜਿਹੜਾ ਟਾਈਮ ਹੈ ਉਹ ਇਹ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ 365.25 ਨਹੀਂ ਹੈਗਾ, 0.242189 ਹੈ। ਹੁਣ ਫਰਕ ਕੀ ਪਿਆ ਕਿ ਜਿਹੜਾ ਇਹ 48 ਮਿੰਟ ਤੇ 45 ਸੈਕਿੰਡ ਹੈ, ਟੋਟਲ ਫਰਕ ਇਹਦਾ 11 ਮਿੰਟ 15 ਸੈਕਿੰਡ ਦਾ ਹਰ ਸਾਲ ਪੈਂਦਾ ਗਿਆ। ਕਿਉਂਕਿ ਜੂਲੀਅਸ ਸੀਜ਼ਰ ਨੇ ਸ਼ੁਰੂ ਕਰਵਾਇਆ ਸੀਗਾ BC ਦੇ ਅੰਦਰ ਤੇ ਪੋਪ ਗ੍ਰੈਗਰੀ ਦੀ ਗੱਲ ਹੋ ਰਹੀ ਆ 1582 ਦੇ ਅੰਦਰ, ਤੇ ਲਗਭਗ 1600 ਸਾਲ ਹੋ ਚੁੱਕੇ ਨੇ। ਹੁਣ ਉਹ ਕੱਲੇ ਸਾਲ 'ਚ 11 ਮਿੰਟ 15 ਸੈਕਿੰਡ ਦਾ ਡਿਫਰੈਂਸ ਨੂੰ ਜੇ ਆਪਾਂ ਇਕੱਠਾ ਕਰ ਲੈਂਦੇ ਆ, ਉਹ ਲਗਭਗ 11 ਦਿਨ ਦਾ ਡਿਫਰੈਂਸ ਬਣਦਾ ਸੀਗਾ। ਉਹੀ ਪੋਪ ਗ੍ਰੈਗਰੀ ਨੇ ਕਿਹਾ ਕਿ ਚਲੋ ਆਪਾਂ ਉਹਨੂੰ ਠੀਕ ਕਰਦੇ ਹਾਂ। ਅੱਗੇ ਚੱਲਦੇ ਹਾਂ। ਚਲੋ ਹੁਣ ਆਪਾਂ ਸਮਝ ਲਿਆ ਕਿ ਚੇਂਜਸ ਕਿਉਂ ਚਾਹੀਦੀਆਂ ਸੀਗੀਆਂ। ਹੁਣ ਆਪਾਂ ਇੱਥੇ ਆ ਰਹੇ ਹਾਂ ਕਿ ਚੇਂਜਸ ਕਿਵੇਂ ਕੀਤੀਆਂ ਗਈਆਂ। ਹੁਣ ਚੇਂਜਸ ਕਿਵੇਂ ਕੀਤੀਆਂ ਗਈਆਂ, ਉਹਨਾਂ ਨੇ ਤਾਂ 1582 'ਚ ਕਹਿ ਦਿੱਤਾ। ਉਸ ਤੋਂ ਬਾਅਦ ਕਾਫੀ ਡਿਸਕਸ਼ਨਸ ਹੋਈਆਂ ਤੇ ਬਹੁਤ ਲੋਕਾਂ ਦੀ ਤਸੱਲੀ ਨਹੀਂ ਹੋਈ ਕਿ ਨਹੀਂ ਜੀ ਇਹ ਡੇਟ ਸਹੀ ਹੈਗੀਆਂ ਜਾਂ ਨਹੀਂ ਹੈਗੀਆਂ, ਕਿਉਂਕਿ ਉਹ ਆਪਣੇ ਮੂਲ ਕੈਲੰਡਰ ਜਿਹੜਾ 365.25 ਹੈ ਉੱਤੇ ਹੀ ਮੰਨ ਕੇ ਬੈਠੇ ਸੀਗੇ। ਫਿਰ ਹੌਲੀ ਸਾਇੰਟਿਸਟਸ ਨੇ ਹੋਰ ਰਿਸਰਚ ਕੀਤੀਆਂ, ਫਿਰ ਪਤਾ ਲੱਗਾ ਕਿ ਹਾਂਜੀ ਪੋਪ ਗ੍ਰੈਗਰੀ ਠੀਕ ਕਹਿ ਰਿਹਾ ਹੈ। ਉਸ ਹਿਸਾਬ ਨਾਲ ਫਿਰ US ਨੇ ਕੀ ਕੀਤਾ, ਸੈਪਟੈਂਬਰ 1752 ਦੇ ਅੰਦਰ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਆਪਾਂ ਇਹਦੀ ਕੈਲਕੂਲੇਸ਼ਨ ਦੇ ਹਿਸਾਬ ਨਾਲ 11 ਦਿਨ ਕੱਢ ਦਿੰਦੇ ਹਾਂ। ਹੁਣ ਉਹ ਜਿਹੜੇ 11 ਦਿਨ ਕੱਢੇ ਗਏ ਤੁਸੀਂ ਸਕਰੀਨ 'ਤੇ ਦੇਖ ਰਹੇ ਹੋਵੋਗੇ, ਸੈਪਟੈਂਬਰ 2 ਤੋਂ ਬਾਅਦ ਸਿੱਧਾ ਸੈਪਟੈਂਬਰ 14 ਆਇਆ। ਕਹਿਣ ਦਾ ਮਤਲਬ ਹੈ 13 ਸਤੰਬਰ ਤੋਂ ਲੈ ਕੇ 13 ਸਤੰਬਰ ਆਇਆ ਹੀ ਨਹੀਂ। ਇਸ ਕਰਕੇ ਉਹ 11 ਦਿਨ ਜਿਹੜੇ ਹੈਗੇ ਨੇ ਉਹ ਮਾਈਨਸ ਕਰ ਦਿੱਤੇ। ਕਿਹੜੇ 11 ਦਿਨ ਸੀਗੇ, ਜਿਹੜੇ ਆਪਾਂ ਪਿਛਲੀ ਕੈਲਕੂਲੇਸ਼ਨ 'ਚ ਜਾਣ ਚੁੱਕੇ ਹਾਂ। ਨਾਲ ਦੇ ਨਾਲ ਇੱਕ ਫੋਟੋ ਤੁਸੀਂ ਥੱਲੇ ਦੇਖ ਰਹੇ ਹੋਵੋਗੇ, ਉੱਥੇ ਇਹ ਹੈ ਕਿ ਕਿਹੜੇ ਦੇਸ਼ ਨੇ ਕਦੋਂ ਚੇਂਜ ਕਰਵਾਇਆ। ਜਿਵੇਂ ਮੈਂ ਦੱਸਿਆ ਕਿ ਸਤੰਬਰ 1752 ਦੇ ਵਿੱਚ ਯੂਨਾਈਟਿਡ ਸਟੇਟਸ ਨੇ, ਮਤਲਬ ਅਮਰੀਕਾ ਨੇ, ਕੈਨੇਡਾ ਨੇ ਤੇ UK ਨੇ ਚੇਂਜ ਕਰ ਲਿਆ ਸੀਗਾ। ਬਾਕੀ ਕੁਝ ਦੇਸ਼ਾਂ ਨੇ ਪਹਿਲਾਂ ਕਰ ਲਿਆ ਸੀ, ਕੁਝ ਦੇਸ਼ਾਂ ਨੇ ਬਾਅਦ 'ਚ ਕਰ ਲਿਆ ਸੀ। ਜਦੋਂ ਜਿਹਨੂੰ ਸਮਝ ਆਈ ਕਿ ਹਾਂਜੀ ਸਾਡੇ ਦਿਨ ਤਿਉਹਾਰ ਵੀ ਚੇਂਜ ਹੋ ਰਹੇ ਨੇ, ਉਸ ਹਿਸਾਬ ਨਾਲ ਇਹਨਾਂ ਨੇ ਚੇਂਜ ਕੀਤਾ ਤੇ ਚੇਂਜ ਕਰਨ ਨੂੰ ਐਗਰੀ ਕੀਤਾ।
ਹੁਣ ਆਪਾਂ ਸਮਝ ਚੁੱਕੇ ਹਾਂ ਕਿ ਜੂਲੀਅਨ ਕੈਲੰਡਰ ਕੀ ਸੀਗਾ, ਗ੍ਰੈਗੋਰੀਅਨ ਕੈਲੰਡਰ ਕੀ ਸੀਗਾ, ਗ੍ਰੈਗੋਰੀਅਨ ਪੋਪ ਗ੍ਰੈਗਰੀ ਨੇ ਚੇਂਜ ਕਿਉਂ ਕਰਵਾਏ ਤੇ ਕਿਵੇਂ ਕੀਤੇ ਗਏ ਚੇਂਜ। ਹੁਣ ਇੱਕ ਕੰਪੈਰੀਜ਼ਨ ਦੇਖਦੇ ਹਾਂ ਆਪਾਂ ਜੂਲੀਅਨ ਕੈਲੰਡਰ ਤੇ ਗ੍ਰੈਗੋਰੀਅਨ ਕੈਲੰਡਰ ਦਾ। ਮੰਨ ਲਓ ਕਿ ਅੱਜ 23 ਅਗਸਤ ਹੈ, ਐਤਵਾਰ ਦਾ ਦਿਨ ਹੈ, ਤੇ ਜੂਲੀਅਨ ਕੈਲੰਡਰ ਦੇ ਹਿਸਾਬ ਨਾਲ ਜੇ ਤੁਸੀਂ ਉਹ ਡੇਟ ਪਾਓਗੇ ਤਾਂ ਉਹ 10 ਅਗਸਤ ਨਿਕਲੇਗੀ। 13 ਦਿਨ ਦਾ ਡਿਫਰੈਂਸ ਹੁਣ ਹੋ ਚੁੱਕਾ ਹੈ। ਇਹ ਜ਼ਿਕਰਯੋਗ ਹੈ ਕਿ ਜਿਹੜਾ 11 ਦਿਨ ਦਾ ਡਿਫਰੈਂਸ ਤੁਸੀਂ ਦੇਖ ਰਹੇ ਸੀਗੇ ਉਹ 17ਵੀਂ ਸੈਂਚਰੀ ਦੇ ਹਿਸਾਬ ਨਾਲ ਹੋਇਆ। ਹੌਲੀ ਹੌਲੀ ਕਰਕੇ ਉਹ ਜਿਹੜੇ 11 ਮਿੰਟ ਆਪਾਂ ਦੇਖਦੇ ਸੀਗੇ ਉਹ 11 ਮਿੰਟ ਫਿਰ ਵੱਧਦੇ ਗਏ। ਜਿਹੜਾ 11 ਦਿਨ ਦਾ ਡਿਫਰੈਂਸ ਵੀ ਹੈ ਉਹ ਅੱਜ ਦੀ ਤਰੀਕ 'ਚੋਂ 13 ਦਿਨ ਦਾ ਡਿਫਰੈਂਸ ਹੋ ਚੁੱਕਾ ਹੈ। ਦੂਸਰੀ ਚੀਜ਼, ਜੇ ਮੰਨ ਲਓ ਤੁਸੀਂ ਹੁਣ ਦੇਖਣੀ ਹੈ ਕਿ ਜਨਵਰੀ 1 2021 ਜੇ ਗ੍ਰੈਗੋਰੀਅਨ ਦੇ ਹਿਸਾਬ ਨਾਲ, ਗ੍ਰੈਗੋਰੀਅਨ ਜਿਹੜਾ ਕੈਲੰਡਰ ਹੈ ਉਹ ਅਸੀਂ ਅੱਜ ਵੀ ਫੋਲੋ ਕਰ ਰਹੇ ਹਾਂ। ਜਿਸ ਹਿਸਾਬ ਨਾਲ ਆਪਾਂ 25 ਦਸੰਬਰ ਮਨਾਉਂਦੇ ਹਾਂ, 15 ਅਗਸਤ ਮਨਾਉਂਦੇ ਹਾਂ, 26 ਜਨਵਰੀ ਮਨਾਉਂਦੇ ਹਾਂ, ਬਾਕੀ ਤਰੀਕਾਂ ਮਨਾਉਂਦੇ ਹਾਂ, ਉਹ ਜਿਹੜਾ ਕੈਲੰਡਰ ਆਪਾਂ ਯੂਜ਼ ਕਰ ਰਹੇ ਹਾਂ ਉਹ ਗ੍ਰੈਗੋਰੀਅਨ ਕੈਲੰਡਰ ਹੀ ਹੈ। ਤੇ ਉਹ ਗ੍ਰੈਗੋਰੀਅਨ ਕੈਲੰਡਰ ਦੇ ਹਿਸਾਬ ਨਾਲ ਜੇ ਆਪਾਂ ਜਨਵਰੀ 1 2021 ਦੇਖੀਏ ਤੇ ਜੂਲੀਅਨ ਕੈਲੰਡਰ ਦੇ ਹਿਸਾਬ ਨਾਲ ਅਜੇ 2020 ਹੀ ਚੱਲ ਰਿਹਾ ਹੋਏਗਾ, ਜੋ ਕਿ ਦਸੰਬਰ 19 ਨੂੰ ਹੋਏਗਾ। ਜ਼ਿਆਦਾ ਜਾਣਕਾਰੀ ਲਈ ਥੱਲੇ ਮੈਂ ਇੱਕ ਲਿੰਕ ਦੇ ਚੁੱਕਾ ਹਾਂ ਵੈਬਸਾਈਟ ਦਾ, ਤੁਸੀਂ ਉੱਥੇ ਜਾ ਕੇ ਅੱਜ ਦੀ ਡੇਟ ਪਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਨਾਲੇ ਤੁਸੀਂ ਪੁਰਾਣੀਆਂ ਡੇਟਾਂ ਪਾ ਕੇ ਵੀ ਦੇਖ ਸਕਦੇ ਹੋ ਕਿ ਕਦੋਂ ਕੀ ਫਰਕ ਪਿਆ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ 11 ਦਿਨ ਦਾ ਫਰਕ ਪਿਆ ਸੀਗਾ 1752 ਦੇ ਵਿੱਚ, ਹੁਣ ਉਹ ਹੋਰ ਅੱਗੇ ਆ ਕੇ 13 ਦਿਨ ਦਾ ਫਰਕ ਬਣ ਚੁੱਕਾ ਹੈ ਜੂਲੀਅਨ ਕੈਲੰਡਰ ਤੇ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ। ਤੁਸੀਂ ਸੋਚ ਰਹੇ ਹੋਵੋਗੇ ਕਿ ਗੱਲ ਸ਼ੁਰੂ ਕੀਤੀ ਸੀ ਬਿਕਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਦੀ, ਇਹ ਕਿਹੜੀ ਡਿਟੇਲ ਆ ਗਈ। ਇਹ ਅੱਗੇ ਬਿਕਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਤੇ ਲੋੜ ਪੈਣੀ ਹੈ ਇਹਦੀ, ਕਿਉਂਕਿ ਗ੍ਰੈਗੋਰੀਅਨ ਕੈਲੰਡਰ ਜਿਹੜਾ ਹੈ ਉਹਨੂੰ ਆਪਾਂ ਇੰਗਲਿਸ਼ ਕੈਲੰਡਰ ਵੀ ਕਹਿ ਦਿੰਦੇ ਹਾਂ। ਉਹੀ ਕੈਲੰਡਰ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ, ਜਿਹੜਾ ਆਪਾਂ ਘਰਾਂ 'ਚ ਲਗਾਉਂਦੇ ਹਾਂ, ਜਿਸ ਹਿਸਾਬ ਨਾਲ ਆਪਾਂ ਬਾਕੀ ਤਿਉਹਾਰ ਮਨਾਉਂਦੇ ਹਾਂ। ਚਲੋ ਅੱਗੇ ਚੱਲਦੇ ਹਾਂ। ਅਗਲੀ ਗੱਲ ਆਪਾਂ ਕਰਦੇ ਹਾਂ ਬਿਕਰਮੀ ਕੈਲੰਡਰ ਦੀ। ਹੁਣ ਜਿਹੜਾ ਬਿਕਰਮੀ ਕੈਲੰਡਰ ਹੈ ਇਹ ਕਿੰਗ ਵਿਕਰਮਾਦਿੱਤਾ ਨੇ ਬਣਵਾਇਆ ਸੀਗਾ 57 BC, ਮਤਲਬ ਇਹ ਵੀ ਬਿਫੋਰ ਕ੍ਰਾਈਸਟ ਹੈ, ਬਹੁਤ ਪੁਰਾਣਾ ਹੈ। ਇਹਦੇ ਵਿੱਚ 12 ਮਹੀਨੇ ਹੈਗੇ ਨੇ, ਜਿਵੇਂ ਆਪਣੇ 12 ਮਾਹ 'ਚ ਵੀ 12 ਮਹੀਨੇ ਆਉਂਦੇ ਨੇ, ਤੇ ਜਿਵੇਂ ਜੂਲੀਅਨ ਕੈਲੰਡਰ ਹੋ ਗਿਆ ਜਾਂ ਗ੍ਰੈਗੋਰੀਅਨ ਕੈਲੰਡਰ ਹੋ ਗਿਆ ਉਹਨਾਂ ਵਿੱਚ ਵੀ 12 ਮਹੀਨੇ ਆਉਂਦੇ ਨੇ, ਤੇ ਬਿਕਰਮੀ ਕੈਲੰਡਰ 'ਚ ਵੀ 12 ਮਹੀਨੇ ਆਉਂਦੇ ਨੇ। ਪਰ ਫਰਕ ਇਹ ਹੈ ਕਿ ਜਿਹੜੇ ਪਹਿਲੇ ਦੋ ਕੈਲੰਡਰ ਸੀਗੇ, ਜੂਲੀਅਨ ਕੈਲੰਡਰ ਹੋ ਗਿਆ ਜਾਂ ਗ੍ਰੈਗੋਰੀਅਨ ਕੈਲੰਡਰ ਹੋ ਗਿਆ, ਉਹ ਸੋਲਰ ਕੈਲੰਡਰ ਸੀਗੇ। ਉਹਨਾਂ ਨੂੰ ਮੂਨ ਦੀ, ਚੰਦਰਮਾ ਦੀ ਘੁੰਮਣ ਨਾਲ, ਚੰਦਰਮਾ ਦੇ ਨਿਊ ਮੂਨ ਜਾਂ ਫੁੱਲ ਮੂਨ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਪਰ ਜਿਹੜਾ ਬਿਕਰਮੀ ਕੈਲੰਡਰ ਹੈਗਾ ਆ ਉਹ ਲੂਨੀ ਸੋਲਰ ਹੈਗਾ ਆ। ਕਹਿਣ ਦਾ ਮਤਲਬ ਹੈ ਉਹ ਸੂਰਜ ਦੇ ਆਧਾਰ 'ਤੇ ਵੀ ਚੱਲਦਾ ਹੈ, ਉਹ ਚੰਨ ਦੇ ਆਧਾਰ 'ਤੇ ਵੀ ਚੱਲਦਾ ਹੈ। ਇਹ ਦੋਨਾਂ ਦੀ ਕੈਲਕੂਲੇਸ਼ਨ ਕਿਵੇਂ ਕੀਤੀ ਜਾਂਦੀ ਹੈ, ਕੀ ਨਹੀਂ ਕੀਤੀ ਜਾਂਦੀ, ਉਹ ਆਪਾਂ ਅਗਲੀ ਸਲਾਈਡਸ 'ਤੇ ਦੇਖਾਂਗੇ। ਹੁਣ ਤੁਸੀਂ ਸਿਰਫ ਇਹ ਦੇਖ ਲਓ ਕਿ 12 ਮਹੀਨੇ ਹੈਗੇ ਨੇ, ਕਦੋਂ ਕਿਹੜਾ ਮਹੀਨਾ ਸ਼ੁਰੂ ਹੁੰਦਾ ਆ। ਜਿਵੇਂ ਵਿਸਾਖ ਜਿਹੜਾ ਹੈ ਉਹ ਅਪ੍ਰੈਲ ਤੋਂ ਮਈ ਸ਼ੁਰੂ ਹੁੰਦਾ ਹੈ, ਆਪਾਂ ਨੂੰ ਪਤਾ ਹੀ ਹੈ, ਠੀਕ ਹੈ। ਇੱਦਾਂ ਹੀ ਜੇਠ ਸ਼ੁਰੂ ਹੁੰਦਾ ਹੈ, ਇੱਦਾਂ ਹੀ ਹਾੜ ਸ਼ੁਰੂ ਹੁੰਦਾ ਹੈ, ਤੇ ਇੱਦਾਂ ਡਿਸਕ੍ਰਿਪਸ਼ਨ ਹੈਗੀ ਆ ਪੂਰੀ। ਜਿਹੜੀ ਚੀਜ਼ ਤੁਸੀਂ ਦੇਖਣੀ ਹੈ, ਤੁਸੀਂ ਦੇਖ ਹੀ ਲਈ ਹੋਣੀ ਹੈ ਕਿ ਜਿਹੜੇ ਨੰਬਰ ਆਫ ਡੇਜ਼ ਹੈਗੇ ਨੇ ਉਹ 29 ਦਿਨ ਤੋਂ ਲੈ ਕੇ 32 ਦਿਨ ਦੇ ਵਿੱਚ ਫਰਕ ਕਰਦੇ ਨੇ। ਕਿਤੇ 30 ਨੇ, ਕਿਤੇ 31 ਨੇ। ਕਹਿਣ ਦਾ ਮਤਲਬ ਹੈ ਕਿ ਫਿਕਸਡ ਨੰਬਰ ਆਫ ਡੇਜ਼ ਹੈ ਹੀ ਨਹੀਂ ਇਹਨਾਂ ਵਿੱਚ। ਕੈਲਕੂਲੇਸ਼ਨ ਦੇ ਹਿਸਾਬ ਨਾਲ ਪਤਾ ਲੱਗਦਾ ਹੈ ਕਿ ਇਸ ਮਹੀਨੇ 31 ਆਉਣੇ ਨੇ, 32 ਆਉਣੇ ਨੇ, 29 ਆਉਣੇ ਨੇ ਜਾਂ 30 ਆਉਣੇ ਨੇ। ਚਲੋ ਅੱਗੇ ਚੱਲਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਲੂਨਰ ਕੈਲੰਡਰ ਕੀ ਹੁੰਦਾ ਹੈ। ਲੂਨਰ ਕੈਲੰਡਰ ਤੇ ਬਿਕਰਮੀ ਕੈਲੰਡਰ ਨੇ ਉਸ ਦੀ ਐਡਜਸਟਮੈਂਟ ਕਿਵੇਂ ਕੀਤੀ। ਪਹਿਲੀ ਚੀਜ਼ ਤਾਂ ਜਿਹੜਾ ਲੂਨਰ ਕੈਲੰਡਰ ਹੁੰਦਾ ਆ ਉਹ ਹੁੰਦਾ ਆ ਮੂਨ ਦੇ ਹਿਸਾਬ ਦੇ ਨਾਲ। ਕਹਿਣ ਦਾ ਮਤਲਬ ਹੈ ਨਿਊ ਮੂਨ ਤੋਂ ਲੈ ਕੇ ਨਿਊ ਮੂਨ ਤੱਕ ਉਹਦਾ ਇੱਕ ਲੂਨਰ ਮੰਥ ਬਣਦਾ, ਜਾਂ ਫੁੱਲ ਮੂਨ ਤੋਂ ਲੈ ਕੇ ਫੁੱਲ ਮੂਨ ਵੀ ਮੰਨ ਸਕਦੇ ਹੋ, ਇੱਕ ਲੂਨਰ ਮੰਥ ਬਣਦਾ। ਹੁਣ ਜਿਹੜਾ ਨਿਊ ਮੂਨ ਟੂ ਨਿਊ ਮੂਨ ਦਾ ਜਿਹੜਾ ਇੱਕ ਸਾਈਕਲ ਹੈ, ਜਾਂ ਫੁੱਲ ਮੂਨ ਟੂ ਫੁੱਲ ਮੂਨ ਦਾ ਜਿਹੜਾ ਇੱਕ ਸਾਈਕਲ ਹੈ, ਉਹਨੂੰ ਲਿਊਨੇਸ਼ਨ ਕਹਿੰਦੇ ਨੇ। ਉਹ ਜਿਹੜਾ ਲਿਊਨੇਸ਼ਨ ਹੈ ਨਾ, ਉਹਦਾ ਜਿਹੜਾ ਟਾਈਮ ਹੈ ਉਹ ਹੈ 29 ਦਿਨ 12 ਘੰਟੇ 44 ਮਿੰਟ ਤੇ 3 ਸੈਕਿੰਡ। ਜੇ ਇਹਨੂੰ ਐਵਰੇਜ ਆਊਟ ਕਰਨਾ ਹੋਵੇ ਤੇ 29.53 ਤੁਸੀਂ ਕਹਿ ਸਕਦੇ ਹੋ ਲਿਊਨੇਸ਼ਨ ਦਾ। ਇੱਕ ਨਿਊ ਮੂਨ ਟੂ ਨਿਊ ਮੂਨ ਜਾਂ ਫੁੱਲ ਮੂਨ ਟੂ ਫੁੱਲ ਮੂਨ, ਇਹ ਇਹਦੀ ਕੈਲਕੂਲੇਸ਼ਨ ਬਣਦੀ ਹੈ 29.53। ਜ਼ਿਕਰਯੋਗ ਇਹ ਵੀ ਹੈ ਕਿ ਜੇ ਤੁਸੀਂ ਗੱਲ ਕਰ ਰਹੇ ਹੋ ਲਿਊਨੇਸ਼ਨ ਦੀ, ਤਾਂ ਲਿਊਨੇਸ਼ਨ ਨਿਊ ਮੂਨ ਟੂ ਨਿਊ ਮੂਨ ਜਾਂ ਫੁੱਲ ਮੂਨ ਟੂ ਫੁੱਲ ਮੂਨ ਹੀ ਮੰਨੀ ਜਾਏਗੀ। ਇਹਦਾ ਅਰਥ ਦੇ, ਕਿਉਂਕਿ ਚੰਦਰਮਾ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ, ਉਹਦੀ ਰੈਵੋਲਿਊਸ਼ਨ ਦੇ ਹਿਸਾਬ ਨਾਲ ਇਹਦਾ ਲੈਣਾ ਦੇਣਾ ਨਹੀਂ ਹੈ। ਇਹ ਸਿਰਫ ਨਿਊ ਮੂਨ ਟੂ ਨਿਊ ਮੂਨ ਜਾਂ ਫੁੱਲ ਮੂਨ ਟੂ ਫੁੱਲ ਮੂਨ ਦੇ ਹਿਸਾਬ ਨਾਲ ਲੈਣਾ ਹੈ। ਧਰਤੀ ਦੇ ਆਲੇ ਦੁਆਲੇ ਮੂਨ ਦੇ ਘੁੰਮਣ ਦਾ ਇੰਨਾ ਕੋਈ ਲੈਣਾ ਦੇਣਾ ਨਹੀਂ ਹੈ। ਉਹ 27 ਦਿਨ ਸਮਥਿੰਗ ਆਉਂਦਾ ਹੈ, ਇਸ ਕਰਕੇ ਉਹਨਾਂ ਕਨਫਿਊਜ਼ ਨਾ ਹੋਵੋ। ਅਗਲੀ ਚੀਜ਼ ਹੈਗੀ ਆ, ਜੇ ਤੁਸੀਂ 12 ਮਹੀਨੇ ਇਹੀ ਕੈਲੰਡਰ ਮੰਨਦੇ ਹੋ 29.53 ਵਾਲਾ, ਤੇ ਜੇ ਤੁਸੀਂ 12 ਮਹੀਨਿਆਂ ਦਾ ਲੂਨਰ ਈਅਰ ਹੋ ਗਿਆ, ਕਿਉਂਕਿ 12 ਮਹੀਨੇ ਹੈਗੇ ਨੇ, ਆਪਾਂ ਪਿਛਲੇ ਗੱਲ ਕਰ ਚੁੱਕੇ ਹਾਂ, ਤੇ ਜੇ ਤੁਸੀਂ ਕੈਲਕੂਲੇਸ਼ਨ ਕਰਦੇ ਹੋ ਤਾਂ ਲਗਭਗ 354 ਡੇਜ਼ ਬਣ ਕੇ ਆਉਣਗੇ।
ਇਹਦਾ ਮਤਲਬ ਜਿਹੜਾ ਗ੍ਰੈਗੋਰੀਅਨ ਕੈਲੰਡਰ ਹੈ ਜਿਹ 'ਚ 365.25 ਦਿਨ ਨੇ, ਕਿਉਂਕਿ 4 ਸਾਲਾਂ ਬਾਅਦ ਲੂਨਰ ਈਅਰ ਵੀ ਆਉਣਾ ਆ, 4 ਸਾਲਾਂ ਬਾਅਦ ਲੀਪ ਈਅਰ ਵੀ ਆਉਣਾ ਆ, ਇਸ ਕਰਕੇ ਲਗਭਗ 11 ਦਿਨ ਦਾ ਫਰਕ ਤਾਂ ਬੈਠ ਗਿਆ ਇਹਦੇ ਵਿੱਚ। ਹੁਣ ਹੁੰਦਾ ਕੀ ਹੈ, ਇਹ 11 ਦਿਨ ਨੂੰ ਸੋਲਵ ਕਰਨ ਲਈ ਹਰ 3 ਸਾਲਾਂ ਬਾਅਦ 'ਚ ਇੱਕ 13ਵਾਂ ਮਹੀਨਾ ਵੀ ਐਡ ਕੀਤਾ ਜਾਂਦਾ ਬਿਕਰਮੀ ਕੈਲੰਡਰ ਦੇ ਅੰਦਰ। ਹੁਣ ਉਹ 13ਵਾਂ ਮਹੀਨਾ ਕਿਉਂ ਐਡ ਕੀਤਾ ਜਾਂਦਾ ਹੈ? ਕਿਉਂਕਿ 11 ਦਿਨ ਇੱਦਾਂ ਹੀ ਇਸ ਸਾਲ ਹੋ ਗਏ, ਮੰਨ ਲਓ 11 ਦਿਨ ਅਗਲੇ ਸਾਲ ਹੋ ਗਏ, ਫਿਰ 11 ਦਿਨ ਅਗਲੇ ਸਾਲ ਹੋ ਗਏ, ਠੀਕ ਹੈ। ਹੁਣ ਉਹਨੂੰ ਇਕੁਵਲਾਈਜ਼ ਕਰਨ ਦੇ ਲਈ ਇੱਕ ਮਹੀਨਾ ਐਡ ਕੀਤਾ ਜਾਂਦਾ ਜਿਹਨੂੰ 13ਵਾਂ ਮਹੀਨਾ ਕਹਿੰਦੇ ਨੇ, ਜਿਹਨੂੰ ਪੰਜਾਬੀ 'ਚ ਮਲ ਮਾਸ ਕਹਿੰਦੇ ਨੇ। ਹੁਣ ਕਿਉਂਕਿ ਇਹ ਜਿਹੜੇ ਕੈਲੰਡਰ ਹੈਗਾ ਵਿਕਰਮੀ ਕੈਲੰਡਰ ਜ਼ਿਆਦਾਤਰ ਹਿੰਦੂ ਲੋਕ ਯੂਜ਼ ਕਰਦੇ ਨੇ, ਤਾਂ ਜਿਹੜੇ ਪੰਡਤ ਲੋਕ ਹੈਗੇ ਨੇ ਉਹ ਇਸ ਮਹੀਨੇ ਨੂੰ ਅਪਵਿੱਤਰ ਮੰਨਦੇ ਨੇ। ਕਿਉਂ? ਕਿਉਂਕਿ ਉਹਨਾਂ ਦੀ ਡੇਟਸ ਦੇ ਵਿੱਚ ਹੀ ਨਹੀਂ ਆਇਆ। ਇਹ ਜਸਟ ਇੱਕ ਕੈਲਕੂਲੇਸ਼ਨ ਨੂੰ ਐਡਜਸਟ ਕਰਨ ਦੇ ਲਈ ਹੀ ਹੈ। ਇਸ ਕਰਕੇ ਇਹਨਾਂ ਤਰੀਕਾਂ ਦੇ ਵਿੱਚ ਇਹ ਇੱਕ ਮਹੀਨੇ ਦੇ ਵਿੱਚ ਉਹਨਾਂ ਦੇ ਕੋਈ ਤਿਉਹਾਰ ਨਹੀਂ ਆਉਂਦੇ, ਨਾ ਉਹ ਕੋਈ ਮਹੂਰਤ ਕੱਢਦੇ ਨੇ, ਨਾ ਉਹਨਾਂ ਦੇ ਕੋਈ ਫੈਸਟੀਵਲ ਆਉਂਦੇ ਨੇ। ਹੁਣ ਪ੍ਰੋਬਲਮ ਇਹ ਹੋ ਗਈ, ਜੇ ਤੁਸੀਂ ਵੀ ਬਿਕਰਮੀ ਕੈਲੰਡਰ ਹੀ ਵਰਤ ਰਹੇ ਹੋ, ਜਿਹੜੇ ਸਿੱਖ ਵੀ ਨੇ ਉਹ ਵੀ ਜਿਹੜਾ ਕੈਲੰਡਰ ਵਰਤ ਰਹੇ ਨੇ, ਉਹ ਅਜੇ ਨਾਨਕਸ਼ਾਹੀ ਨਹੀਂ ਵਰਤ ਰਹੇ, ਵਿਚਕਾਰ ਕਿਤੇ ਲਾਗੂ ਕੀਤਾ ਸੀ SGPC ਨੇ, ਹੁਣ ਬਿਕਰਮੀ ਕੈਲੰਡਰ ਹੀ ਵਰਤ ਰਹੇ ਹਾਂ। ਉਸ ਹਿਸਾਬ ਦੇ ਨਾਲ ਆਪਾਂ ਵੀ ਦੇਖਾਂਗੇ ਅੱਗੇ ਜਾ ਕੇ, ਆਪਾਂ ਐਗਜ਼ਾਮਪਲ ਲਵਾਂਗੇ ਕਿ ਕਦੀ ਆਪਣਾ ਜਿਹੜਾ 2 ਪ੍ਰਕਾਸ਼ ਪੁਰਬਾਂ ਦਾ ਡਿਫਰੈਂਸ ਹੈ, ਮਤਲਬ ਪਿਛਲੇ ਸਾਲ ਮੰਨ ਲਓ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਇਆ ਸੀਗਾ ਤੇ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਇਆ ਸੀਗਾ, ਉਹਦੇ ਵਿੱਚ ਕਦੀ 352 ਦਿਨ ਦਾ ਫਰਕ ਹੋਏਗਾ, ਕਦੀ 354 ਦਿਨ ਦਾ ਫਰਕ ਹੋਏਗਾ, ਕਦੀ 382 ਦਿਨ ਦਾ ਫਰਕ ਵੀ ਹੋਏਗਾ। ਇਹਦਾ ਕਾਰਨ ਉਹੀ ਹੈ ਕਿ ਉਹਨਾਂ ਨੇ ਮਲ ਮਾਸ ਐਡ ਕੀਤਾ ਹੋਇਆ, ਤੇ ਉਹ ਕਿਉਂਕਿ ਤੁਸੀਂ ਬਿਕਰਮੀ ਕੈਲੰਡਰ ਹੀ ਵਰਤ ਰਹੇ ਹੋ, ਇਸ ਕਰਕੇ ਤੁਹਾਡੇ ਗੁਰਪੁਰਬ ਵੀ ਜਿਹੜੇ ਹੈਗੇ ਨੇ ਉਹ ਵੀ ਅੱਗੇ ਪਿੱਛੇ ਹੋਣਗੇ। ਆਓ ਅੱਗੇ ਗੱਲ ਕਰਦੇ ਹਾਂ ਸੁਦੀ ਤੇ ਵਦੀ ਦੀ, ਜਿਹਨੂੰ ਆਪਾਂ ਇੰਗਲਿਸ਼ 'ਚ ਸਮਝਦੇ ਹਾਂ ਵੈਕਸਿੰਗ ਤੇ ਵੈਨਿੰਗ। ਹੁਣ ਵੈਕਸਿੰਗ ਤੇ ਵੈਨਿੰਗ ਕੀ ਹੈ? ਵੈਕਸਿੰਗ ਸਮਝ ਲਓ, ਜਦੋਂ ਵੀ ਚੰਦਰਮਾ ਨਿਊ ਮੂਨ ਤੋਂ ਫੁੱਲ ਮੂਨ ਵੱਲ ਨੂੰ ਜਾਂਦਾ ਹੈ, ਉਹਨੂੰ ਸੁਦੀ ਕਹਿੰਦੇ ਆ, ਜਾਂ ਇੰਗਲਿਸ਼ 'ਚ ਵੈਕਸਿੰਗ ਕਹਿੰਦੇ ਆ। ਵੈਨਿੰਗ ਕਹਿੰਦੇ ਨੇ ਜਦੋਂ ਫੁੱਲ ਮੂਨ ਤੋਂ ਲੈ ਕੇ ਨਿਊ ਮੂਨ ਤੱਕ ਜਾਂਦਾ ਆ। ਹੁਣ ਸਾਨੂੰ ਇਹਦੀ ਲੋੜ ਕਿਉਂ ਪਈ ਸੁਦੀ ਤੇ ਵਦੀ ਦੀ? ਕਿਉਂਕਿ ਕਾਫੀ ਜਿਹੜੇ ਗੁਰਪੁਰਬ ਨੇ ਜਾਂ ਹੋਰ ਵੀ ਜਿਹੜੇ ਈਵੈਂਟਸ ਨੇ ਸਿੱਖੀਜ਼ਮ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੀਆਂ ਡੇਟਸ ਇੱਦਾਂ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ, ਉਹ ਆਉਂਦਾ ਹੈ ਪੋਹ ਸੁੱਤੀ 7ਵੀਂ ਨੂੰ। ਕਹਿਣ ਦਾ ਮਤਲਬ ਹੈ ਪੋਹ ਜਿਹੜਾ ਹੈ ਉਹ ਮਹੀਨਾ ਹੈ, ਸੁਦੀ ਜਿਹੜੀ ਹੈਗੀ ਆ, ਮਤਲਬ ਜਦੋਂ ਸੁਦੀ ਸ਼ੁਰੂ ਹੋਏਗੀ ਪੋਹ ਦੇ 1 ਮਹੀਨੇ ਦੇ ਅੰਦਰ ਪਹਿਲੀ ਸੁਦੀ ਸ਼ੁਰੂ ਹੋਏਗੀ, ਜਦੋਂ ਬਿਲਕੁਲ ਹੀ ਨਿਊ ਮੂਨ ਹੋਏਗਾ। ਇਸ ਤੋਂ ਬਾਅਦ 'ਚ ਦੂਸਰੀ 2 ਸੁਦੀ, 3 ਸੁਦੀ, 4 ਸੁਦੀ, 5, 6 ਤੇ 7। ਇਹਦਾ ਮਤਲਬ ਜਿਵੇਂ ਚੰਦਰਮਾ ਦਾ ਆਕਾਰ ਵਧੇਗਾ, ਕਿਉਂਕਿ ਇਹ ਵੈਕਸਿੰਗ ਹੈ, ਕਿਉਂਕਿ ਨਿਊ ਮੂਨ ਤੋਂ ਫੁੱਲ ਮੂਨ ਤੱਕ ਜਾ ਰਹੇ ਹਾਂ, ਉਸ ਹਿਸਾਬ ਦੇ ਨਾਲ ਇਹ ਡੇਟ ਆਏਗੀ। ਤੇ ਕਦੀ ਇਹ 23 ਪੋਹ ਆਏਗੀ, ਕਦੀ 18 ਪੋਹ ਆ ਜਾਏਗੀ। ਇਹ ਜਿਹੜੀ ਡੇਟ ਹੈਗੀ ਆ ਇਹ ਫਿਕਸ ਨਹੀਂ ਰਹੇਗੀ। ਕਿਉਂਕਿ ਕੈਲਕੂਲੇਸ਼ਨ ਜਿਹੜੀ ਹੈਗੀ ਆ ਮਹੀਨੇ ਦੀ, ਉਹ ਤੁਹਾਨੂੰ ਮੈਂ ਦੱਸਤਾ ਕਿ 29 ਤੋਂ ਲੈ ਕੇ 32 ਦਿਨ ਦੇ ਵਿੱਚ ਹੋਣਗੇ, ਤੇ ਜਿਹੜਾ ਲੂਨਰ ਦਾ ਜਿਹੜਾ ਸਾਈਕਲ ਹੈ ਉਹ ਹੈ 29.53। ਇਸ ਕਰਕੇ ਕਦੀ ਪਹਿਲੀਆਂ ਡੇਟਾਂ ਨੂੰ ਆ ਜਾਏਗਾ ਤੇ ਉਹ ਹਮੇਸ਼ਾ 23 ਪੋਹ ਵੀ ਨਹੀਂ ਰਹੇਗਾ। ਆਓ ਆਪਾਂ ਅੱਗੇ ਜਾ ਕੇ ਦੇਖ ਹੀ ਲੈਂਦੇ ਹਾਂ ਕਦੋਂ ਕਿਹੜਾ ਗੁਰਪੁਰਬ ਸਾਡਾ ਆਇਆ ਸੀਗਾ। ਸੁਦੀ ਤੇ ਵਦੀ ਮੈਨੂੰ ਲੱਗਦਾ ਹੁਣ ਥੋੜ੍ਹਾ ਜਿਹਾ ਕਲੀਅਰ ਹੋ ਗਿਆ ਹੋਣਾ ਕਿ ਕਿਸ ਚੀਜ਼ ਬਾਰੇ ਹੈ। ਅਗਲੀ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 2020 ਜਿਹੜਾ ਇਸੇ ਸਾਲ ਚੱਲ ਰਿਹਾ, ਉਹ ਕਦੋਂ ਆਇਆ ਸੀਗਾ? ਮਾफ़ ਕਰਨਾ, ਮੈਨੂੰ ਜਿਹੜੀ ਹੀਰਾ ਜੰਤਰੀ ਹੈਗੀ ਉਹ 2020 ਦੀ ਮਿਲੀ ਨਹੀਂ, ਇਸ ਕਰਕੇ ਮੈਂ ਦਸੰਬਰ 2019 ਦੀ ਹੀ ਲੈ ਕੇ ਅੱਗੇ ਜਾ ਕੇ ਇੱਕ ਗੋਲਾ ਲਗਾਇਆ ਹੋਇਆ ਲਾਲ ਰੰਗ ਦਾ ਤੁਸੀਂ ਦੇਖ ਰਹੇ ਹੋਵੋਗੇ, ਉਹ 2 ਜਨਵਰੀ ਡੋਨੇਟ ਕਰਦਾ ਹੈ, ਕਿਉਂਕਿ 29, 30 ਤੇ 31 ਦਸੰਬਰ ਹੋ ਚੁੱਕਾ ਹੈ। ਫਿਰ 1 ਜਨਵਰੀ ਪਹਿਲਾ ਸਟਾਰ ਸੀਗਾ, ਦੂਸਰਾ ਸਟਾਰ ਜਿਹਨੂੰ ਮੈਂ ਰੈੱਡ ਕਰਕੇ ਮਾਰਕ ਕੀਤਾ ਹੋਇਆ, ਇਹ 2 ਜਨਵਰੀ ਹੈਗਾ ਆ। ਹੁਣ ਇਹ ਜਿਹੜਾ 2 ਜਨਵਰੀ ਹੈ, ਤੁਸੀਂ ਚੈੱਕ ਕਰੋ ਇਸ ਕੈਲੰਡਰ ਤੋਂ ਹੀ, ਜੇ ਤੁਸੀਂ ਦੇਖਦੇ ਹੋ 28 ਦਸੰਬਰ ਨੂੰ 13 ਪੋਹ ਆਉਂਦਾ ਸੀਗਾ, ਇੱਦਾਂ ਹੀ 31 ਦਸੰਬਰ ਨੂੰ 16 ਪੋਹ ਆ ਰਿਹਾ ਸੀਗਾ। ਇਹਦਾ ਮਤਲਬ ਜਿਹੜੀ 2 ਜਨਵਰੀ ਆਈ ਹੈ ਉਹ ਆਈ ਹੈ 18 ਪੋਹ ਨੂੰ। ਜਿਵੇਂ ਮੈਂ ਕਿਹਾ ਕਿ 23 ਪੋਹ ਜ਼ਰੂਰੀ ਨਹੀਂ ਹੈ ਕਿ ਉਹ 23 ਪੋਹ ਨੂੰ ਹੀ ਆਵੇ, ਪਰ ਆਪਾਂ ਜਿਹੜੀ ਡੇਟ ਫਾਈਨਲ ਕਰ ਰੱਖੀ ਹੈ ਉਹ ਹੈ ਪੋਹ ਸੁੱਤੀ 7ਵੀਂ, ਤੇ ਉਹ ਉਸ ਹਿਸਾਬ ਨਾਲ ਅੱਗੇ ਪਿੱਛੇ ਹੁੰਦੀ ਰਹੇਗੀ। ਇਸ ਸਾਲ ਜਿਵੇਂ ਕਿ ਪੋਹ ਸੁੱਤੀ 7ਵੀਂ ਜਿਹੜੀ ਹੈ ਉਹ 18 ਪੋਹ ਨੂੰ ਆਈ ਹੈ। ਅੱਗੇ ਵੱਧਦੇ ਹਾਂ, ਆਪਾਂ ਹੁਣ ਚੈੱਕ ਕਰਦੇ ਹਾਂ 2015 ਤੋਂ ਲੈ ਕੇ 2030 ਤੱਕ ਜਿਹੜਾ ਇਹ ਪੋਹ ਸੁੱਤੀ 7ਵੀਂ ਹੈ, ਇਹ ਕਿਹੜੀ ਤਰੀਕਾਂ ਨੂੰ ਆਈ ਹੈ ਗ੍ਰੈਗੋਰੀਅਨ ਦੇ ਹਿਸਾਬ ਦੇ ਨਾਲ। ਤੇ ਹੁਣ ਤੁਸੀਂ ਪੂਰਾ ਟੇਬਲ ਜੇ ਦੇਖੋਗੇ, 2015 ਨੂੰ 5 ਜਨਵਰੀ ਨੂੰ ਸੀਗੀ, 2016 ਨੂੰ 16 ਜਨਵਰੀ ਨੂੰ ਸੀਗੀ। ਇਹਦਾ ਮਤਲਬ ਜਿਹੜਾ ਡਿਫਰੈਂਸ ਹੋ ਗਿਆ ਉਹ 376 ਡੇਜ਼ ਦਾ ਹੋ ਗਿਆ। ਇੱਦਾਂ ਹੀ 2017 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 2 ਵਾਰ ਆ ਗਿਆ, 2018 ਨੂੰ ਆਇਆ ਹੀ ਨਹੀਂ। 2019 ਵੀ 21 ਤੱਕ ਤਾਂ ਚਲੋ ਠੀਕ ਹੈ, ਲੇਕਿਨ ਫਿਰ ਵੀ ਤੁਸੀਂ ਦੇਖੋ ਕਦੀ
354 ਡੇਜ਼ ਦਾ ਫਰਕ ਪੈ ਰਿਹਾ, ਕਦੀ 352 ਦਾ ਪੈ ਰਿਹਾ, ਕਦੀ 383 ਦਾ ਪੈ ਰਿਹਾ, ਕਦੀ 382 ਦਾ ਪੈ ਰਿਹਾ। ਇਹਦਾ ਰੀਜ਼ਨ ਉਹੀ ਆ ਜਿਹੜਾ ਮਲ ਮਾਸ ਐਡ ਕੀਤਾ ਹੋਇਆ ਆ, ਕਿਉਂਕਿ ਇਹ ਜਿਹੜਾ ਵੀ ਸਾਈਕਲ ਹੈ ਇਹ ਲਿਊਨਰ ਸਾਈਕਲ ਹੈ ਇਸ ਕਰਕੇ। ਤੇ ਹੁਣ ਤੁਸੀਂ ਜਿਹੜੇ ਮੈਂ ਡੇਟਸ ਮਾਰਕ ਕੀਤੀਆਂ ਹੋਈਆਂ ਯੈਲੋ ਦੇ ਅੰਦਰ, ਮਤਲਬ ਸਾਲ ਨੰਬਰ 2017, 2022, 2025, 2028 ਤੇ 2030, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ ਪੁਰਬ 2 ਵਾਰ ਆਇਆ ਹੋਇਆ ਇੱਕ ਸਾਲ ਦੇ ਅੰਦਰ। ਗ੍ਰੈਗੋਰੀਅਨ ਕੈਲੰਡਰ ਜਿਹੜਾ ਆਪਾਂ ਹੁਣ ਕੈਲੰਡਰ ਯੂਜ਼ ਕਰਦੇ ਹਾਂ, ਜਿਹਨੂੰ ਆਪਾਂ ਇੰਗਲਿਸ਼ ਕੈਲੰਡਰ ਵੀ ਕਹਿੰਦੇ ਆ, ਉਸ ਹਿਸਾਬ ਦੇ ਨਾਲ। ਤੇ ਜਿਹੜੇ ਬਲੂ ਵਾਲੇ ਲਾਈਨਸ ਨੇ ਜਿਵੇਂ ਕਿ 2018, 2023, 2026, 2029, ਇਦੋਂ ਪ੍ਰਕਾਸ਼ ਪੁਰਬ ਹੈ ਹੀ ਨਹੀਂ। ਹੁਣ ਇਹ ਪ੍ਰੋਬਲਮ ਆ ਰਹੀ ਹੈ ਕਿਉਂਕਿ ਪੋਸਟ 29ਵੀਂ ਜਿਹੜੀ ਹੈ ਉਹ ਉੱਪਰ ਥੱਲੇ ਮੂਵ ਕਰਦੀ ਰਹੇਗੀ ਤੇ ਉਹ ਜ਼ਰੂਰੀ ਨਹੀਂ ਹੈ ਗ੍ਰੈਗੋਰੀਅਨ ਦੇ ਨਾਲ ਵੀ ਫਿੱਟ ਬੈਠੇ। ਹੁਣ ਤੁਹਾਨੂੰ ਮੈਂ ਦੱਸ ਚੁੱਕਾ ਕਿ ਮਲ ਮਾਸ ਦਾ ਕੀ ਜ਼ਿਕਰ ਹੈ, ਤੇ ਇਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨਾਲ ਨਹੀਂ ਹੈ, ਇਹ ਬਾਕੀ ਡੇਟਸ ਨਾਲ ਵੀ ਹੈ। ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਆਗਮਨ ਪੁਰਬ ਜਿਹੜਾ ਮਨਾਉਂਦੇ ਹੋ, ਉਹ ਹੈ ਕੱਤਕ ਦੀ ਪੂਰਨਮਾਸ਼ੀ। ਉਸ ਹਿਸਾਬ ਦੇ ਨਾਲ ਵੀ ਕਿਉਂਕਿ ਪੂਰਨਮਾਸ਼ੀ ਆ ਗਈ, ਹੁਣ ਉਹ ਜਿਹੜਾ ਡੇਟ ਹੈ, ਉਹ ਜਿਹੜਾ ਟਾਈਮ ਹੈ, ਉਹ ਵੀ ਲੂਨਰ ਹੋ ਗਿਆ, ਇਸ ਕਰਕੇ ਉਹ ਵੀ ਅੱਗੇ ਪਿੱਛੇ ਜਾਂਦੀ ਰਹੇਗੀ ਤੇ ਇਹ ਫਰਕ ਪੈ ਰਿਹਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਨਾਨਕਸ਼ਾਹੀ ਕੈਲੰਡਰ ਦੀ। ਹੁਣ ਨਾਨਕਸ਼ਾਹੀ ਕੈਲੰਡਰ ਨੇ ਇਸ ਚੀਜ਼ ਨੂੰ ਸੋਲਵ ਕੀਤਾ। ਕਿਵੇਂ ਕੀਤਾ, ਪਹਿਲਾਂ ਤਾਂ ਦੇਖ ਲੈਂਦੇ ਹਾਂ। ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਸਰਦਾਰ ਪਾਲ ਸਿੰਘ ਪੁਰੇਵਾਲ ਹੁਣਾਂ ਨੇ ਬਣਾਇਆ, ਜਿਹੜੇ ਕਿ ਕੈਨੇਡਾ 'ਚ ਰਹਿਣ ਵਾਲੇ ਨੇ, ਰਿਟਾਇਰਡ ਕੰਪਿਊਟਰ ਇੰਜੀਨੀਅਰ ਨੇ। ਇਹਨਾਂ ਨੇ 1960 ਤੋਂ ਹੀ ਸ਼ੁਰੂ ਕਰ ਦਿੱਤੀ ਤੇ ਇਹਨਾਂ ਦੀ ਲਗਭਗ 30 ਸਾਲ ਦੀ ਮਿਹਨਤ ਇਹਨਾਂ ਨੇ ਕੀਤੀ ਹੈ। ਤੇ ਇਹਨਾਂ ਨੇ ਦੇਖਿਆ ਹੈ ਕਿ ਇਸ ਕੈਲੰਡਰ ਨੂੰ ਸੋਧਿਆ ਕਿਵੇਂ ਜਾਵੇ। ਤੇ ਹੁਣ ਜਿਹੜਾ ਇਹਨਾਂ ਨੇ ਕੈਲੰਡਰ ਬਣਾਇਆ ਹੈ, ਨਾਨਕਸ਼ਾਹੀ ਕੈਲੰਡਰ ਬਣਾਇਆ ਹੈ, ਉਹ 12 ਮਾਹ ਦੇ ਜਿਹੜੇ 12 ਮਹੀਨੇ ਨੇ ਉਹਦੇ ਅਧੀਨ ਹੀ ਬਣਾਇਆ ਹੈ। ਤੇ ਜਿਹੜਾ ਇਹ ਕੈਲੰਡਰ ਹੈ ਇਹ ਟ੍ਰੋਪੀਕਲ ਹੈ ਤੇ ਇਹ ਸੋਲਰ ਹੈ। ਟ੍ਰੋਪੀਕਲ ਆਪਾਂ ਪਿੱਛੇ ਸਮਝ ਆਏ ਹਾਂ ਕਿ ਟ੍ਰੋਪੀਕਲ ਈਅਰ 'ਚ ਜਿਹੜੇ ਦਿਨ ਹੁੰਦੇ ਨੇ ਉਹ ਕਿੰਨੇ ਹੁੰਦੇ ਨੇ, 11 ਮਿੰਟ ਦਾ ਜਿਹੜਾ ਡਿਫਰੈਂਸ ਆਪਾਂ ਗੱਲ ਕਰ ਰਹੇ ਸੀ ਉਹ। ਤੇ ਸੋਲਰ ਦਾ ਮਤਲਬ ਹੈ ਕਿ ਇੱਥੇ ਚੰਦ ਦੇ ਆਧਾਰਿਤ ਕੋਈ ਤਰੀਕਾ ਨਹੀਂ ਪਾਈਆਂ ਗਈਆਂ। ਕਿਵੇਂ ਕੈਲਕੂਲੇਟ ਕੀਤਾ ਗਿਆ, ਆਓ ਆਪਾਂ ਅੱਗੇ ਦੇਖਦੇ ਹਾਂ। ਪਹਿਲੀ ਚੀਜ਼ ਤਾਂ ਇਹਦੇ ਫੀਚਰਸ ਦੇਖ ਲਓ ਕਿ ਹੈ ਕੀ। ਹੁਣ ਤੁਸੀਂ ਰਾਈਟ ਹੈਂਡ ਸਾਈਡ ਤੇ ਦੇਖ ਪਾ ਰਹੇ ਹੋ ਕਿ ਜਿਹੜੇ ਮਹੀਨੇ ਨੇ 12 ਦੇ 12, ਚੇਤ ਹੋ ਗਿਆ, ਵਿਸਾਖ ਹੋ ਗਿਆ, ਜੇਠ ਹੋ ਗਿਆ। ਜਦੋਂ ਤੁਸੀਂ ਬਿਕਰਮੀ ਕੈਲੰਡਰ ਦੇਖਦੇ ਸੀਗੇ, ਕਿਸੇ ਮਹੀਨੇ 'ਚ 29 ਦਿਨ, 30 ਦਿਨ, 31 ਦਿਨ ਜਾਂ 32 ਦਿਨ ਵੀ ਆਉਂਦੇ ਸੀਗੇ। ਇੱਥੇ ਪੁਰੇਵਾਲ ਸਾਹਿਬ ਨੇ ਬਿਲਕੁਲ ਜਿਹੜੇ ਡੇਟਸ ਹੈਗੇ ਨੇ, ਕਿੰਨੇ ਦਿਨ ਆਉਣਗੇ, ਉਹ ਬਿਲਕੁਲ ਫਿਕਸ ਕਰ ਦਿੱਤੇ ਨੇ ਕਿ ਪਹਿਲੇ 5 ਜਿਹੜੇ ਮਹੀਨੇ ਨੇ ਉਹਨਾਂ 'ਚ 31 ਦਿਨ ਆਉਣਗੇ, ਅੱਗੇ ਜਾ ਕੇ 30 ਆਉਣਗੇ। ਤੇ ਜਿਹੜਾ ਫੱਗਣ ਦਾ ਮਹੀਨਾ ਹੈਗਾ ਆ, ਜਿਹਨੂੰ ਆਪਾਂ ਫਰਵਰੀ ਕਹਿੰਦੇ ਆ, ਉਹ 4 ਸਾਲਾਂ ਬਾਅਦ ਜਿਵੇਂ ਲੀਪ ਈਅਰ ਆਏਗਾ ਉਸ ਹਿਸਾਬ ਨਾਲ, ਜੇ ਤਾਂ ਲੀਪ ਈਅਰ ਹੈ ਫਿਰ 31 ਦਿਨ ਆ ਜਾਣਗੇ, ਜੇ ਨਹੀਂ ਲੀਪ ਈਅਰ ਕਾਮਨ ਨਾਰਮਲ ਈਅਰ ਹੀ ਹੈ ਫਿਰ 30 ਦਿਨ ਆ ਜਾਣਗੇ। ਇਸ ਹਿਸਾਬ ਨਾਲ ਡਿਸਾਈਡ ਕੀਤਾ ਹੈ। ਤੇ ਆਪਾਂ ਜਿਹੜੇ ਫੀਚਰਸ ਦੀ ਗੱਲ ਕੀਤੀ, ਪਹਿਲਾਂ ਤਾਂ ਬਿਕਰਮੀ ਦਾ ਸਿਰਫ ਸੋਲਰ ਲਿਆ ਹੈ, ਬਿਕਰਮੀ ਦੇ ਲੂਨਰ ਨੂੰ ਛੱਡ ਦਿੱਤਾ ਹੈ ਨਾਨਕਸ਼ਾਹੀ ਕੈਲੰਡਰ ਦੇ ਵਿੱਚ। ਦੂਸਰਾ ਟ੍ਰੋਪੀਕਲ ਈਅਰ ਯੂਜ਼ ਕੀਤਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਾਲਾ। ਉਸ ਤੋਂ ਬਾਅਦ 'ਚ ਹਾਂਜੀ ਜਿਹੜਾ ਪਹਿਲਾ ਸਾਲ ਹੈ ਨਾਨਕਸ਼ਾਹੀ ਦਾ, ਉਹ 1469 ਤੋਂ ਲਿਆ ਹੈ। ਕਹਿਣ ਦਾ ਮਤਲਬ ਹੈ ਜੇ ਹੁਣ ਤੁਸੀਂ 2020 'ਚ ਬੈਠੇ ਹੋ ਤੇ ਨਾਨਕਸ਼ਾਹੀ ਸੰਵਤ 552 ਚੱਲ ਰਿਹਾ, 552। ਅਗਲੀ ਚੀਜ਼ ਤਾਂ ਇਹੀ ਗੱਲ ਆ ਗਈ ਕਿ 12 ਮਾਹ ਬਾਣੀ ਤੋਂ ਲਿਆ ਗਿਆ ਹੈ, ਇਸ ਕਰਕੇ ਜਿਹੜੇ ਮਹੀਨੇ ਵੀ ਨੇ ਉਹ ਵੀ ਚੇਤ ਤੋਂ ਸ਼ੁਰੂ ਹੈ ਤੇ ਜਿੰਨੇ ਵੀ ਨਾਮ ਮਿਲਦੇ ਨੇ ਉਹ ਗੁਰਬਾਣੀ ਦੇ ਵਿੱਚ ਵੀ ਹੈਗੇ ਨੇ। ਅੱਗੇ ਗੱਲ ਆਪਾਂ ਕਰਦੇ ਹਾਂ ਕਿ 5 ਮਹੀਨੇ ਜਿਹੜੇ ਹੈਗੇ ਨੇ ਉਹ 31 ਦਿਨ ਵਾਲੇ ਨੇ, 7 ਮਹੀਨੇ 30 ਦਿਨ ਵਾਲੇ ਨੇ, ਤੇ 4 ਸਾਲਾਂ ਬਾਅਦ 'ਚ ਇੱਕ ਲੀਪ ਈਅਰ ਐਡ ਹੁੰਦਾ, ਜਿਵੇਂ ਫਰਵਰੀ 'ਚ ਐਡ ਹੁੰਦਾ ਉੱਦਾਂ ਹੀ ਫੱਗਣ 'ਚ ਉਦੋਂ 31 ਹੋ ਜਾਂਦਾ, ਨਹੀਂ ਤਾਂ 30 ਰਹਿੰਦਾ ਹੈ। ਆਓ ਆਪਾਂ ਅੱਗੇ ਚੱਲਦੇ ਹਾਂ। ਹੁਣ ਤੁਸੀਂ ਅਗਲੀ ਡੇਟ ਦੇਖੋ ਕਿ ਜਿਹੜੀਆਂ ਡੇਟਸ ਨੇ ਉਹ ਸਾਰੀਆਂ ਫਿਕਸ ਕਰ ਦਿੱਤੀਆਂ ਨਾਨਕਸ਼ਾਹੀ ਕੈਲੰਡਰ ਨੇ। ਕਿਵੇਂ ਕੀਤੀਆਂ ਉਹਨਾਂ ਨੇ, ਜਿਵੇਂ ਕਿ ਉਹਨਾਂ ਨੇ ਇਹ ਦੇਖਿਆ ਕਿ ਪੋਹ 29ਵੀਂ ਹੈ, ਚਲੋ ਠੀਕ ਹੈ, ਮੰਨ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ 29ਵੀਂ ਨੂੰ ਹੈ। ਹੁਣ ਇਹਨਾਂ ਨੇ ਕੀਤਾ ਕਿ 1666 ਸਾਲ ਦੇ ਅੰਦਰ ਜਾ ਕੇ ਉਹਨਾਂ ਨੇ ਇਹ ਚੈੱਕ ਕੀਤਾ ਕਿ 7 ਸੁਦੀ ਪੋਹ ਮਹੀਨੇ 'ਚ ਕਦੋਂ ਆਈ ਸੀਗੀ। ਫਿਰ ਉਹਨਾਂ ਨੇ ਪੂਰਾ ਦੇਖਿਆ ਕਿ 23 ਪੋਹ ਨੂੰ ਆਈ ਸੀਗੀ। ਜਿਵੇਂ ਆਪਾਂ ਪਿਛਲੀਆਂ ਸਲਾਈਡਾਂ 'ਚ ਦੇਖ ਚੁੱਕੇ ਹਾਂ ਕਿ ਜਿਹੜੀ ਡੇਟ ਹੈਗੀ ਆ ਉਹ ਕਦੀ 18 ਪੋਹ ਨੂੰ ਆ ਜਾਏਗੀ, ਕਦੀ 16 ਪੋਹ ਨੂੰ ਆ ਜਾਏਗੀ, ਕਦੀ 25 ਪੋਹ ਨੂੰ ਆ ਜਾਏਗੀ। ਠੀਕ ਹੈ, ਇਹਨਾਂ ਨੇ ਬੈਕ ਟਰੈਕ ਕਰਕੇ 1666 ਸਾਲ ਦੇ ਅੰਦਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀਗਾ ਉਦੋਂ ਚੈੱਕ ਕੀਤਾ ਕਿ ਡੇਟ ਕਿਹੜੀ ਪੈਂਦੀ ਹੈ ਪੋਹ 27ਵੀਂ ਨੂੰ। ਤੇ ਉਹਨਾਂ ਨੇ ਪੂਰਾ ਐਨਾਲਾਈਜ਼ ਕਰਕੇ ਦੇਖਿਆ ਕਿ 23 ਪੋਹ ਪੈਂਦੀ ਹੈ। ਹੁਣ ਉਹ ਜਿਹੜੀ 23 ਪੋਹ ਹੈ ਤਰੀਕ, ਉਹ ਹੁਣ ਇਹਨਾਂ ਨੇ ਫਿਕਸ ਕਰ ਦਿੱਤੀ 5 ਜਨਵਰੀ ਨੂੰ। ਪਹਿਲਾਂ ਜਿਹੜੀ ਕੈਲਕੂਲੇਸ਼ਨ ਦੇ ਹਿਸਾਬ ਨਾਲ 23 ਪੋਹ ਆਈ ਸੀਗੀ ਉਹ 22 ਦਸੰਬਰ ਆਈ ਸੀਗੀ। ਹੁਣ ਕਿਉਂਕਿ ਗ੍ਰੈਗੋਰੀਅਨ ਐਡਜਸਟਮੈਂਟਸ ਹੋਈਆਂ ਨੇ, ਕਿਸ ਸਾਲ 'ਚ ਹੋਈਆਂ ਜੇ 1752 ਦੇ ਵਿੱਚ,
ਉਹ ਗ੍ਰੈਗੋਰੀਅਨ ਐਡਜਸਟਮੈਂਟ ਦੇ 13 ਦਿਨ ਐਡ ਜੇ ਕਰ ਦਈਏ ਤਾਂ ਉਹ ਜਿਹੜੀ 22 ਦਸੰਬਰ ਹੈਗੀ ਉਹ 5 ਜਨਵਰੀ ਬਣ ਜਾਂਦੀ ਹੈ। ਹੁਣ ਇਸ ਹਿਸਾਬ ਦੇ ਨਾਲ ਅਗਲੇ 3300 ਸਾਲਾਂ 'ਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਉਹ 5 ਜਨਵਰੀ ਹੀ ਰਹੇਗਾ। ਇੱਦਾਂ ਹੀ ਬਾਕੀ ਸਾਰੀਆਂ ਡੇਟਸ ਵੀ ਫਿਕਸ ਕਰ ਦਿੱਤੀਆਂ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਹਰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ, ਗੁਰਗੱਦੀ ਡੇਟ ਤੇ ਜੋਤੀ ਜੋਤ ਜਾਂ ਸ਼ਹੀਦੀ ਦਾ ਦਿਵਸ ਕਦੋਂ ਆਏਗਾ, ਉਹ ਸਾਰੀਆਂ ਡੇਟਸ ਫਿਕਸ ਕਰ ਦਿੱਤੀਆਂ ਇੱਦਾਂ ਹੀ ਬੈਕ ਕੈਲਕੂਲੇਸ਼ਨ ਕਰਕੇ। ਹੁਣ ਜੇ ਤੁਸੀਂ ਅਜੇ ਆਪਾਂ ਬਿਕਰਮੀ ਕੈਲੰਡਰ ਫੋਲੋ ਕਰ ਰਹੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਤਰ੍ਹਾਂ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਇਹਨੂੰ ਮੂਲ ਨਾਨਕਸ਼ਾਹੀ ਕੈਲੰਡਰ ਕਹਿਣਾ ਪੈ ਰਿਹਾ ਹੈ। ਕਿਉਂਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਕੀ ਕੀਤਾ ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ ਸਰਦਾਰ ਪਾਲ ਸਿੰਘ ਪੁਰੇਵਾਲ ਵਾਲਾ, ਉਹਦੇ 'ਚ ਕਹਿੰਦੇ ਕਿ ਅਸੀਂ ਕੁਝ ਐਡਜਸਟਮੈਂਟਸ ਕਰਨੀਆਂ ਨੇ, ਤੇ ਉਹ ਐਡਜਸਟਮੈਂਟਸ ਦੇ ਨਾਮ ਤੇ ਉਹਨਾਂ ਨੇ ਦੁਬਾਰਾ ਬਿਕਰਮੀ ਕੈਲੰਡਰ ਹੀ ਲਾਗੂ ਕਰਵਾ ਦਿੱਤਾ। ਹੁਣ ਜੇ ਆਪਾਂ ਬਿਕਰਮੀ ਕੈਲੰਡਰ ਦੇ ਹਿਸਾਬ ਨਾਲ ਹੀ ਚੱਲਦੇ ਹਾਂ, ਪਹਿਲਾਂ ਤਾਂ ਆਪਾਂ ਇਹ ਚੀਜ਼ ਦੇਖ ਚੁੱਕੇ ਹਾਂ ਕਿ ਬਿਕਰਮੀ ਕੈਲੰਡਰ ਦੇ ਹਿਸਾਬ ਨਾਲ ਜਿਹੜੀਆਂ ਡੇਟਸ ਨੇ ਉਹ ਪ੍ਰਕਾਸ਼ ਪੁਰਬ ਦੀਆਂ ਉਹ ਕੁਝ ਸਾਲਾਂ 'ਚ 2 ਵਾਰ ਆ ਜਾਣਗੀਆਂ, ਕੁਝ ਸਾਲਾਂ 'ਚ ਆਉਣਗੀਆਂ ਹੀ ਨਹੀਂ। ਇੱਕ ਤਾਂ ਇਹ ਪ੍ਰੋਬਲਮ ਹੈਗੀ ਆ। ਦੂਸਰੀ ਪ੍ਰੋਬਲਮ ਇਹ ਹੈ ਕਿ ਜਿਹੜਾ ਬਿਕਰਮੀ ਕੈਲੰਡਰ ਹੈ ਉਹ ਸਾਈਡਰੀਅਲ ਈਅਰ ਦੇਖਦਾ ਹੈ, ਉਹ ਟ੍ਰੋਪੀਕਲ ਈਅਰ ਨਹੀਂ ਦੇਖਦਾ, ਤੇ ਦੋਨਾਂ ਦੇ ਵਿੱਚ ਲਗਭਗ 20 ਮਿੰਟ ਦਾ ਫਾਸਲਾ ਹੈ। ਹੁਣ ਜੇ 20 ਮਿੰਟ ਦਾ ਫਾਸਲਾ 1 ਸਾਲ ਦੇ ਵਿੱਚ ਹੋਵੇ ਤੇ 72 ਸਾਲਾਂ ਦੇ ਅੰਦਰ ਹਰ 20 ਮਿੰਟ ਦੇ ਫਾਸਲੇ ਦੇ ਨਾਲ 24 ਘੰਟੇ ਬਣ ਜਾਂਦੇ ਨੇ, ਜੋ ਕਿ ਇੱਕ ਦਿਨ ਬਣ ਜਾਂਦਾ ਹੈ। ਕਹਿਣ ਦਾ ਮਤਲਬ ਹੈ ਕਿ 72 ਸਾਲਾਂ ਦੇ ਬਾਅਦ ਅਸੀਂ ਇੱਕ ਦਿਨ ਦੀ ਕੈਲਕੂਲੇਸ਼ਨ ਨੂੰ ਗਲਤ ਕਰ ਦਿੰਦੇ ਹਾਂ। ਹੁਣ ਇਹੀ ਪ੍ਰੋਬਲਮ ਹੋਈ ਕਿ ਜਿਹੜੀ ਵਿਸਾਖੀ ਸੀਗੀ ਉਹ ਵਿਸਾਖੀ ਸ਼ਿਫਟ ਕਰ ਰਹੀ ਹੈ। ਛੋਟੇ ਹੁੰਦਿਆਂ ਅਸੀਂ ਕਿਤਾਬਾਂ 'ਚ ਪੜ੍ਹਿਆ ਸੀ ਵਿਸਾਖੀ ਕਦੋਂ ਦੀ ਸੀਗੀ, 13 ਅਪ੍ਰੈਲ ਦੀ। ਉਹ ਤਰੀਕ 13 ਅਪ੍ਰੈਲ ਤੋਂ ਹੁਣ 14 ਅਪ੍ਰੈਲ ਕਿਵੇਂ ਹੋ ਗਈ, ਆਓ ਇਸ ਟੇਬਲ ਦੇ ਨਾਲ ਸਮਝਦੇ ਹਾਂ। ਪਹਿਲਾਂ ਦੇਖੋ, ਜੇ ਤੁਸੀਂ ਈਅਰ 1000 ਦੀ ਗੱਲ ਕਰੋ ਉਦੋਂ 22 ਮਾਰਚ ਨੂੰ ਹੋਏਗੀ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀਗਾ 1469 'ਚ, ਉਦੋਂ ਉਹੀ ਜਿਹੜੀ ਡੇਟ ਹੈਗੀ ਆ, ਠੀਕ ਹੈ, ਪਹਿਲੀ ਵਿਸਾਖ ਦੀ ਗੱਲ ਹੋ ਰਹੀ ਹੈ ਇੱਥੇ, ਪਹਿਲੀ ਵਿਸਾਖ ਜਿਹੜੀ ਹੈ ਉਹ 27 ਮਾਰਚ ਨੂੰ ਹੋਏਗੀ। ਇੱਦਾਂ ਹੀ 1699 'ਚ ਜਦੋਂ ਅਸਲੀ 'ਚ ਵਿਸਾਖੀ ਆਈ ਹੈ ਉਦੋਂ 29 ਮਾਰਚ ਦੀ ਸੀਗੀ। ਹੁਣ 1752 ਵਿੱਚ 29 ਮਾਰਚ ਦੀ ਸੀਗੀ। ਉਸ ਤੋਂ ਬਾਅਦ 1753 'ਚ ਕਿਉਂਕਿ ਗ੍ਰੈਗੋਰੀਅਨ ਦੇ ਜਿਹੜੇ ਉਹ 11 ਦਿਨ ਹੈਗੇ ਨੇ ਉਹ ਚੇਂਜ ਕਰ ਦਿੱਤੇ ਗਏ, ਤੇ ਉਹ ਤੁਹਾਡੀ 29 ਮਾਰਚ ਤੋਂ ਉੱਠ ਕੇ 9 ਅਪ੍ਰੈਲ ਨੂੰ ਆ ਗਈ। ਹੁਣ ਇੱਦਾਂ ਹੀ ਅੱਗੇ ਵਧੀ ਗਏ ਆਪਾਂ, ਤੇ 1999 ਤੋਂ ਬਾਅਦ 'ਚ ਜਿੰਨੀਆਂ ਵੀ ਸਾਡੇ ਕੋਲ ਵਿਸਾਖੀਆਂ ਆਈਆਂ ਨੇ ਉਹ 14 ਅਪ੍ਰੈਲ ਦੀਆਂ ਆਈਆਂ ਨੇ, ਤੇ ਇਸੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਸਨ 2100 ਦੇ ਅੰਦਰ 15 ਅਪ੍ਰੈਲ ਹੋ ਜਾਣੀ ਹੈ, ਤੇ ਇੱਦਾਂ ਅੱਗੇ ਵੱਧਦੀ ਰਹਿਣੀ ਹੈ। ਇਹ ਪਹਿਲਾ ਡਰਾਬੈਕ ਹੈ ਜੇ ਅਸੀਂ ਬਿਕਰਮੀ ਕੈਲੰਡਰ ਹੀ ਵਰਤਦੇ ਰਹੇ। ਹੁਣ ਪ੍ਰੋਬਲਮ ਇਹ ਹੈ ਕਿ ਜਿਹੜੀ ਬਾਣੀ ਲਿਖੀ ਹੋਈ ਹੈ ਉਹ ਟ੍ਰੋਪੀਕਲ ਈਅਰ ਦੇ ਹਿਸਾਬ ਨਾਲ ਲਿਖੀ ਹੋਈ ਹੈ, ਕਿਉਂਕਿ ਜਿਵੇਂ ਬਾਣੀ ਦੇ ਵਿੱਚ ਆਉਂਦਾ ਹੈ ਕਿ ਵਿਸਾਖ ਧੀਰਨ ਕਿਉ ਵਾਢੀਆਂ। ਹੁਣ ਇਹੀ ਤੁਹਾਡੀ ਜਿਹੜੀ ਵਿਸਾਖੀ ਹੈ ਇਹ 15 ਅਪ੍ਰੈਲ ਹੋ ਚੁੱਕੀ ਹੈ। ਕਿੱਥੋਂ ਸ਼ੁਰੂ ਹੋਈ ਸੀ ਕਿ 29 ਮਾਰਚ ਤੋਂ 15 ਅਪ੍ਰੈਲ ਹੋ ਚੁੱਕੀ ਹੈ। ਇਹ ਵੱਧਦੀ ਮਈ 'ਚ ਜਾਏਗੀ, ਜੂਨ 'ਚ ਜਾਏਗੀ, ਅਕਤੂਬਰ 'ਚ ਜਾਏਗੀ। ਅਕਤੂਬਰ 'ਚ ਜਾ ਕੇ ਪ੍ਰੋਬਲਮ ਇਹ ਹੋ ਜਾਏਗੀ ਕਿ ਭਾਈ ਸਾਹਿਬ ਹੁਣੀ ਵਾਕ ਲੈਣਗੇ ਕਿ ਵਿਸਾਖ ਧੀਰਨ ਕਿਉ ਵਾਢੀਆਂ, ਤੇ ਸਾਡੇ ਵਰਗੇ ਸਿੱਖ ਬੈਠੇ ਬੋਲਣਗੇ ਕਿ ਪਤਾ ਨਹੀਂ ਬਾਬਾ ਜੀ ਵਾਢੀਆਂ ਦੀ ਗੱਲ ਕਿਉਂ ਕਰ ਰਹੇ ਨੇ, ਟਾਈਮ ਤਾਂ ਦੇ ਉਪਜਾਈ ਦਾ ਹੈ। ਇਸ ਕਰਕੇ ਇਹ ਪ੍ਰੋਬਲਮ ਹੈ, ਕਿਉਂਕਿ ਇਹ ਸ਼ਿਫਟ ਕਰਦਾ ਰਹੇਗਾ। ਇਹਦਾ ਬਿਕਰਮੀ ਕੈਲੰਡਰ ਦੇ ਵਿੱਚ ਕੋਈ ਸੋਲਿਊਸ਼ਨ ਨਹੀਂ ਹੈ। ਪਰ ਪਾਲ ਸਿੰਘ ਪੁਰੇਵਾਲ ਹੁਣਾਂ ਨੇ ਇੱਕ ਡੇਟ ਡਿਸਾਈਡ ਕਰ ਦਿੱਤੀ ਹੈ ਜੋ ਕਿ 1 ਵਿਸਾਖ ਹੀ ਬਣਦੀ ਹੈ। ਇਸ ਕਰਕੇ ਜਿਹੜਾ ਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਹੈ ਉਹ ਜ਼ਿਆਦਾ ਸਾਨੂੰ ਫਿੱਟ ਬੈਠਦਾ ਲੱਗਦਾ ਹੈ। ਅਗਲੀ ਗੱਲ ਆਪਾਂ ਕਰਦੇ ਹਾਂ ਬੰਦੀ ਛੋੜ ਦਿਵਸ ਦੀ। ਬੰਦੀ ਛੋੜ ਦਿਵਸ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਰਿਹਾਈ ਹੋਈ ਹੈ ਉਹ ਦੀਵਾਲੀ ਵਾਲੇ ਦਿਨ ਹੋਈ ਹੈ, 26 ਅਕਤੂਬਰ 1619 ਦੇ ਅੰਦਰ। ਪਰ ਜਿਹੜੀ ਉਹਨਾਂ ਦੀ ਅੰਮ੍ਰਿਤਸਰ ਵਾਪਸੀ ਹੋਈ ਹੈ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ, ਉਹ ਉਸੇ ਦਿਨ ਨਹੀਂ ਹੋ ਗਈ। ਉਹ ਉਹਨਾਂ ਨੇ ਕੀਤੀ ਹੈ ਲਗਭਗ 1.5 ਸਾਲ ਬਾਅਦ, ਜੋ ਕਿ ਹੈ 28 ਫਰਵਰੀ 1621। ਹੁਣ ਪ੍ਰੋਬਲਮ ਇਹ ਆ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਹੁੰਦੀ ਹੈ 26 ਅਕਤੂਬਰ ਨੂੰ, ਠੀਕ ਹੈ, ਉਦੋਂ ਦੀਵਾਲੀ ਵਾਲਾ ਦਿਨ ਸੀਗਾ, ਪਰ ਦੀਵਾਲੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਰਿਹਾਈ ਹੋਈ ਹੈ, ਦੀਵਾਲੀ ਵਾਲਾ ਦਿਨ ਸੀ 26 ਅਕਤੂਬਰ। ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਜੇ ਮੰਨ ਲਓ ਤੁਹਾਡੇ ਬੱਚੇ ਦਾ ਜਨਮ 26 ਅਕਤੂਬਰ ਨੂੰ ਹੋਵੇ ਤੇ ਦੀਵਾਲੀ ਵੀ ਹੋਵੇ, ਅਗਲੇ ਸਾਲ ਤੁਸੀਂ 26 ਅਕਤੂਬਰ ਨੂੰ ਹੀ ਮਨਾਓਗੇ ਜਾਂ ਤੁਸੀਂ ਦੀਵਾਲੀ ਦਾ ਵੇਟ ਕਰੋਗੇ? ਦੀਵਾਲੀ ਭਾਵੇਂ ਨਵੰਬਰ 'ਚ ਚਲੇ ਗਈ, ਤੁਸੀਂ ਨਵੰਬਰ ਨੂੰ ਮਨਾਓਗੇ। ਤੁਹਾਡਾ ਸਾਫ਼-ਸਾਫ਼ ਜਵਾਬ ਹੋਏਗਾ ਕਿ ਨਹੀਂ, ਅਸੀਂ 26 ਅਕਤੂਬਰ ਨੂੰ ਹੀ ਮਨਾਵਾਂਗੇ। ਤੇ ਫਿਰ ਬੰਦੀ ਛੋੜ ਦਿਵਸ ਨੂੰ ਦੀਵਾਲੀ ਦੇ ਨਾਲ ਕਿਉਂ ਜੋੜ ਕੇ ਰੱਖਿਆ ਹੋਇਆ ਹੈ, ਉਹ ਬਹੁਤ ਵੱਡਾ ਸਵਾਲ ਹੈ। ਹੁਣ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਹਿੰਦੂ ਵੀਰਾਂ ਦੇ ਵਿੱਚ ਨਾ ਡਿਸਕਸ਼ਨ ਚੱਲ ਰਹੀ ਹੈ ਕਿ ਜਿਹੜੀ ਉਹਨਾਂ ਦੀ ਦੀਵਾਲੀ ਦੀ ਡੇਟ ਹੈ ਉਹ ਲਗਭਗ ਕਹਿ ਰਹੇ ਨੇ ਉਹ ਚੇਂਜ ਹੋ ਜਾਣੀ ਚਾਹੀਦੀ ਆ, ਉਹ ਸਹੀ ਨਹੀਂ ਹੈ।
ਉਹ ਆਪਣੀ ਡੇਟ ਜਿਸ ਹਿਸਾਬ ਨਾਲ ਕੱਢ ਰਹੇ ਨੇ, ਉਹ ਕੱਢ ਰਹੇ ਨੇ 5 ਚੇਤ, ਜੋ ਕਿ ਚੱਲ ਜਾਣੀ ਹੈ 16 ਤੋਂ 22 ਮਾਰਚ ਦੇ ਵਿੱਚ। ਹੁਣ ਸਵਾਲ ਇਹ ਹੈ ਕਿ ਅਸੀਂ ਵੀ ਆਪਣਾ ਬੰਦੀ ਛੋੜ ਦਿਵਸ ਇੱਥੇ ਅਕਤੂਬਰ ਨਵੰਬਰ 'ਚ ਰੱਖਣਾ ਹੈ, ਜਾਂ ਬੰਦੀ ਛੋੜ ਦਿਵਸ ਅਸੀਂ ਵੀ ਦੀਵਾਲੀ ਦੇ ਨਾਲ ਫਿਰ ਮਾਰਚ ਤੱਕ ਲੈ ਕੇ ਜਾਵਾਂਗੇ। ਇਹ ਬਹੁਤ ਵੱਡਾ ਸਵਾਲ ਹੈ। ਤੇ ਹੁਣ ਤੱਕ ਆਪਾਂ ਸਮਝ ਲਿਆ ਕਿ ਸਾਰੇ ਕੈਲੰਡਰ ਕੀ ਹੈਗੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਧੰਨਵਾਦ।